नमस्कार, आप देख रहे हैं सिटी न्यूज़ हरियाणा। आज मेरे साथ जो शख्स बैठे हैं इनका नाम है सरदार बलदेव सिंह जी। बात क्या है, पहले मैं आपको थोड़ी सी जानकारी दे दूं कि बीमा कंपनी अपने स्तर पर शोरूम के साथ, लगा लीजिए बड़े शोरूमों के साथ, बड़ी कंपनियों के साथ टाई अप करती है कैशलेस के नाम पर, और अक्सर ग्राहक लगभग मान के चलिए 70 या 80% शोरूम से बीमा करवाते हैं, क्योंकि शोरूम वाले अक्सर कहते हैं कि यदि आपने बाहर से इंश्योरेंस करवाया तो आपको ये सुविधा मिलेगी और ये नहीं मिलेगी। और उन्होंने बाकायदा अपने शोरूम में इस बात के बोर्ड लगाए हुए हैं कि आप हमारे से बीमा करवाएंगे तो हम आपको ये सुविधा देंगे, अगर आपने सीधा बीमा कंपनी के ऑफिस से बीमा करवाया तो आपको कैशलेस वगैरह नहीं मिलेगी। और जो मैं आज जिस मकसद के लिए आज यहाँ आया हूँ, सरदार बलदेव सिंह जी है, इन्होंने एक इंश्योरेंस पॉलिसी करवाई थी अपनी गाड़ी क्रेटा की हुंडई से, और जब पॉलिसी करवाई गई तो बात वही थी कि हम आपको कैशलेस देंगे। इनकी गाड़ी अभी कुछ समय पूर्व ही चोरी हो गई थी नई दिल्ली से। जब ये क्लेम के लिए एजेंसी से संपर्क किया और एजेंसी वालों ने क्या कहा, ये बलदेव जी के अपने ही हम मुंह से सुनना पसंद करेंगे, ताकि बताएं कि इनका एजेंसी ने कितना साथ दिया, कितना कैशलेस दिया और क्या नहीं दिया, और क्या दिया या नहीं दिया, ये खुद दिए बताएं। आपने बीमा करवाया तो एजेंसी ने आपको क्या आश्वासन दिया था? ਏਜੰਸੀ ਨੇ ਇਹੀ ਕਿਹਾ ਸੀ ਜੀ, ਤੁਸੀਂ ਸਾਡੇ ਕੋਲ ਬੀਮਾ ਕਰਾਓਗੇ ਤੇ ਤੁਹਾਨੂੰ ਕਿਧਰੇ ਜਾਣ ਦੀ ਲੋੜ ਨਹੀਂ ਪੈਣੀ। ਅਗਰ ਕੋਈ ਵੀ ਕੰਮ ਹੁੰਦਾ, ਕੱਲ ਨੂੰ ਕੋਈ ਨੁਕਸਾਨ ਹੁੰਦਾ, ਅਸੀਂ ਤੁਹਾਨੂੰ ਕੈਸ਼ਲੈਸ ਬੀਮਾ ਹੈ ਤੁਹਾਡਾ, ਤੇ ਅਸੀਂ ਤੁਹਾਨੂੰ ਫੁੱਲ ਸਪੋਰਟ ਕਰਾਂਗੇ ਆਪਕੇ ਵੱਲੋਂ। ਏਜੰਸੀ ਨੇ ਕਿਹਾ ਸੀ। ਗੱਡੀ ਜਦੋਂ ਤੁਹਾਡੀ ਚੋਰੀ ਹੋਈ ਸੀ ਉਦੋਂ ਤੁਸੀਂ ਸੰਪਰਕ ਕੀਤਾ ਸੀ ਏਜੰਸੀ ਨਾਲ? ਹਾਂਜੀ ਸਰ, ਬਿਲਕੁਲ। ਜਿੱਦਣ ਮੇਰੀ ਗੱਡੀ ਚੋਰੀ ਹੁੰਦੀ ਹੈ, ਮੈਂ FIR ਕਰਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਇਹਨਾਂ ਨੂੰ ਸ਼ੋਰੂਮ ਵਾਲਿਆਂ ਨੂੰ फ़ोन ਕਰਦਾ। ਸ਼ੋਰੂਮ ਵਾਲਿਆਂ ਨੂੰ फ़ोन ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਗੱਲ ਕੀਤੀ ਸਾਰੀ ਵੀ ਇੱਦਾਂ ਮੇਰੀ ਗੱਡੀ ਚੋਰੀ ਹੋ ਗਈ ਅਤੇ ਮੇਰਾ ਇੰਸ਼ੋਰੈਂਸ ਤੁਸੀਂ ਕੀਤਾ ਹੋਇਆ ਇੱਥੋਂ, ਅਤੇ ਕੈਸ਼ਲੈਸ ਮੇਰਾ ਬੀਮਾ ਹੈ। ਇਹਨਾਂ ਨੇ ਚੈੱਕ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਕਹਿੰਦੇ ਜੀ ਤੁਸੀਂ ਕਰੋ, ਹੈੱਡ ਆਫਿਸ ਜਾਓ, ਤੁਹਾਡਾ ਉਹ ਕੰਮ ਕਰਨਗੇ। ਮੈਂ ਕਿਹਾ ਜਦੋਂ ਤੁਸੀਂ ਬੀਮਾ ਤੁਸੀਂ ਕੀਤਾ, ਫਿਰ ਕੈਸ਼ਲੈਸ ਦਾ ਮਤਲਬ ਕੀ ਹੋਇਆ? ਮੈਂ ਤੁਹਾਡੇ ਕੋਲ ਕਰਵਾਇਆ, ਫਿਰ ਤੁਸੀਂ ਆਪ ਮੈਨੂੰ ਅੱਗੇ ਜੋ ਕਾਰਵਾਈ ਪਾਉਣੀ ਤੁਸੀਂ ਪਾਓ। ਬਟ ਇਹਨਾਂ ਨੇ ਕੁਝ ਵੀ ਨਹੀਂ ਉਦੋਂ ਕੀਤਾ, ਮੈਨੂੰ ਅੱਗੇ ਹੈੱਡ ਆਫਿਸ ਇਹਨਾਂ ਨੇ ਭੇਜ ਦਿੱਤਾ। ਸਰਸੇ ਦੀ ਕਿਹੜੀ ਏਜੰਸੀ ਸੀ ਤੁਸੀਂ ਜਿੱਥੇ ਬੀਮਾ ਕਰਾਇਆ ਸੀਗਾ? ਜਿਹੜੀ ਏਜੰਸੀ ਨੇ ਕੈਸ਼ਲੈਸ ਦੇ ਨਾਂ ਤੇ ਤੁਹਾਡਾ ਬੀਮਾ ਕੀਤਾ ਸੀ? ਸ਼ੋਰੂਮ ਨੇ? ਹੁੰਡਈ ਸ਼ੋਰੂਮ ਨੇ ਜੀ। ਹੁੰਡਈ ਦਾ ਸ਼ੋਰੂਮ। ਤੇ ਗੱਡੀ ਕਦੋਂ ਚੋਰੀ ਹੋਈ ਸੀਗੀ? ਗੱਡੀ ਮੇਰੀ ਹੋਈ ਸੀ ਜੀ 7 ਤਰੀਕ ਨੂੰ ਚੋਰੀ। ਤੇ ਬਾਅਦ ਚ ਤੁਸੀਂ ਫਿਰ ਕਿੰਨੇ ਕੁ ਪਰੇਸ਼ਾਨ ਹੋਏ? ਕਿੱਥੇ ਕਿੱਥੇ ਤੁਹਾਨੂੰ ਉਹ ਸ਼ੋਰੂਮ ਨੇ ਭੇਜਿਆ, ਜਿਹੜੇ ਕਹਿੰਦੇ ਨੇ ਵੀ ਅਸੀਂ ਕੈਸ਼ਲੈਸ ਦਿਆਂਗੇ, ਤੁਸੀਂ ਸਾਡੇ ਕੋਲ ਬੀਮੇ ਕਰਾਓ? ਤੁਹਾਨੂੰ ਪਤਾ ਉਹ ਕਿੰਨਾ ਮੋਟਾ ਕਮਿਸ਼ਨ ਖਾਂਦੇ ਨੇਗੇ ਜਦੋਂ ਬੀਮੇ ਕਰਦੇ ਨੇਗੇ? ਬਿਲਕੁਲ। ਇਹ ਤਾਂ ਆਪਾਂ ਨੂੰ ਬਕਾਇਦਾ ਇਹ ਕਹਿੰਦੇ ਨੇ, ਜੇ ਤੁਸੀਂ ਮੰਨ ਲਓ ਬਾਹਰੋਂ ਕਰਾਓਗੇ ਤੇ ਤੁਹਾਨੂੰ ਧੱਕੇ ਖਾਣੇ ਪੈਣਗੇ, ਅਗਰ ਤੁਸੀਂ ਸਾਡੇ ਕੋਲ ਕਰਾਓਗੇ ਤੁਹਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਪਏਗੀ, ਅਸੀਂ ਸਾਰਾ ਕੁਝ ਤੁਹਾਨੂੰ ਇੱਥੇ ਬੈਠੇ ਬਿਠਾਏ ਤੁਹਾਡਾ ਉਹ ਕਰਵਾਵਾਂਗੇ। ਪਰ ਜਦੋਂ ਮੇਰੀ ਕਾਰ ਚੋਰੀ ਹੋਈ, ਇਹਨਾਂ ਨੇ ਆਪ ਤਾਂ ਕੁਝ ਨਹੀਂ ਕਰਨਾ ਸੀਗਾ, ਇਹਨਾਂ ਨੇ ਅੱਗੇ ਮੈਨੂੰ ਆਫਿਸ ਭੇਜਤਾ, ਆਫਿਸ ਵਾਲਿਆਂ ਨੇ ਮੈਨੂੰ ਦਿੱਲੀ ਭੇਜਤਾ ਜੀ। ਮੈਨੂੰ ਪਤਾ ਕਿੰਨੀ ਹਰਾਸਮੈਂਟ ਮੈਨੂੰ ਹੋਈ, ਮੇਰਾ ਪੈਸਾ ਫਜ਼ੂਲ ਹੋਇਆ, ਮੇਰਾ ਟਾਈਮ ਵੇਸਟ ਹੋਇਆ। ਜਦੋਂ ਮੈਂ ਦਿੱਲੀ ਹੈੱਡ ਆਫਿਸ ਗਿਆ, ਉੱਥੇ ਜਾਣ ਤੋਂ ਬਾਅਦ ਦਿੱਲੀ ਵਾਲੇ ਹੈੱਡ ਆਫਿਸ ਵਾਲੇ ਇਹ ਕਹਿੰਦੇ ਨੇ ਅਫਸਰ, ਉਹ ਕਹਿੰਦੇ ਤੁਹਾਡਾ ਕੰਮ ਤਾਂ ਸਰਸੇ ਹੀ ਹੋ ਸਕਦਾ ਸੀ, ਤੁਸੀਂ ਇੱਥੇ ਕਿਉਂ ਆਏ? ਮਤਲਬ ਕਿ ਇਹ ਉੱਥੇ ਭਜਾਉਂਦੇ ਨੇ, ਉਹ ਇੱਥੇ ਭਜਾਉਂਦੇ ਨੇ। ਇੱਦਾਂ ਮੈਨੂੰ ਇਹਨਾਂ ਨੇ ਹਰਾਸਮੈਂਟ ਕੀਤਾ ਜੀ। ਜਿਹੜੀ ਸ਼ੋਰੂਮ ਦੀ ਆ ਉਹ ਭੂਮਿਕਾ ਕੀ ਰਹੀ ਤੁਹਾਡੇ ਨਾਲ? ਬੀਮਾ ਦਾ ਉਹਨਾਂ ਨੇ ਦੇਣਾ, ਜਿਹੜੀ ਬੀਮਾ ਕੰਪਨੀ ਹੈ, ਸ਼ੋਰੂਮ ਦਾ ਆਸ਼ਵਾਸਨ ਕਿੱਥੇ ਗਿਆ ਜਿਹੜਾ ਤੁਹਾਨੂੰ ਕਹਿੰਦੇ ਸੀਗੇ ਅਸੀਂ ਕੈਸ਼ਲੈਸ ਦੇਂਗੇ, ਤੁਹਾਡੇ ਨਾਲ ਖੜੇ ਹਾਂ, ਬੀਮਾ ਸਾਡੋ ਕਰਾਓ? ਨਹੀਂ ਜੀ ਨਹੀਂ, ਇਹਨਾਂ ਵੱਲੋਂ ਕੋਈ ਵੀ ਆਪਾਂ ਨੂੰ ਇੱਕ ਪੈਸੇ ਦੀ ਸਪੋਰਟ ਨਹੀਂ ਹੋਈ ਇਹਨਾਂ ਦੀ। ਉਲਟਾ ਇਹਨਾਂ ਦੇ ਕਰਕੇ ਤਾਂ ਹਰਾਸਮੈਂਟ ਹੋਈ ਹੈ। ਬੰਦਾ ਇਹਨਾਂ ਕੋਲੋਂ ਇੰਸ਼ੋਰੈਂਸ ਕਰਾਉਂਦਾ ਇਸ ਕਰਕੇ ਹੀ ਹੈ ਵੀ ਮੈਨੂੰ ਕਿਸੇ ਪਾਸੇ ਜਾਣਾ ਨਾ ਪਵੇ। ਮੰਨ ਲਓ ਐਕਸੀਡੈਂਟ ਹੁੰਦੀ ਹੈ ਤੇ ਇਹ ਕਹਿੰਦੇ ਨੇ ਚਲੋ ਅਸੀਂ ਪਾਰਟਸ ਚੇਂਜ ਕਰਤਾ, ਇਹ ਕਰਤਾ, ਉਹ ਕਰਤਾ, ਹੈ ਨਾ। ਤੇ ਜੇ ਮੰਨ ਲਓ ਮੇਰੀ ਗੱਡੀ ਚੋਰੀ ਹੋਈ ਹੈ ਤੇ ਉਹਦਾ ਵੀ ਤਾਂ ਹੱਕ ਇਹਨਾਂ ਦੇ ਹੀ ਬਣਦਾ ਨਾ। ਜੇ ਮੇਰੀ ਅਮਾਊਂਟ ਜਿੰਨੀ ਉੱਤੇ ਪਈ ਹੈ, ਮੈਨੂੰ ਕਿਸੇ ਪਾਸੇ ਜਾਣਾ ਨਾ ਪਵੇ, ਹੱਕ ਇਹਨਾਂ ਦਾ ਬਣਦਾ ਵੀ ਜੋ ਕਾਰਵਾਈ ਪਾਉਣੀ ਹੈ ਇਹ ਆਪਦੇ ਆਫਿਸ ਤੋਂ ਪਾਉਂਦੇ। ਜਦੋਂ ਬੀਮਾ ਮੇਰਾ ਅੰਦਰੋਂ ਕਰਾਉਂਦੇ ਨੇ, ਬਾਹਰੋਂ ਬੀਮਾ ਨਹੀਂ ਤੁਸੀਂ ਕਰਾਉਣਾ, ਅਸੀਂ ਸਾਰਾ ਕੁਝ ਕਰਾਂਗੇ, ਫਿਰ ਮੈਨੂੰ ਬਾਹਰ ਭੱਜਣਾ ਪਵੇ, ਫਿਰ ਇਹ ਕੀ ਮਤਲਬ ਹੋਇਆ ਜੀ ਇਸ ਚੀਜ਼ ਦਾ? ਜਿਹੜੇ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਦੱਸ ਦਿਓ, ਸਾਡੇ ਚੈਨਲ ਦੇ ਜਿਹੜੇ ਦੇਖਦੇ ਨੇਗੇ ਉਹਨਾਂ ਨੂੰ ਪਤਾ ਲੱਗੇ, ਉਹਨਾਂ ਨੂੰ ਜਾਣਕਾਰੀ ਹੋਏ ਵੀ ਕੈਸ਼ਲੈਸ ਤੇ ਆਮ ਆਫਿਸ ਤੋਂ ਬੀਮਾ ਕਰਾਉਣੇ ਕਿੰਨਾ ਫਾਇਦਾ, ਕਿੰਨਾ ਨੁਕਸਾਨ? ਹਾਂਜੀ, ਮੈਂ ਤਾਂ ਇਹੀ ਕਹੂੰਗਾ ਜਿਹੜਾ
ਸ਼ੋਰੂਮ ਚੋਂ ਵੀ ਤੁਸੀਂ ਬੀਮਾ ਕਰਾਉਂਦੇ ਹੋ, ਉਹ ਬੜਾ ਆਪਣੇ ਵੱਲੋਂ ਸੋਚ ਸਮਝ ਕੇ ਕਰਵਾਇਓ, ਕਿਉਂਕਿ ਇਹਨਾਂ ਨੇ ਤੁਹਾਡੇ ਕਿਸੇ ਵੀ ਥਾਂ ਤੇ ਨਾਲ ਨਹੀਂ ਖੜਨਾ। ਆਫਿਸ ਤੋਂ ਕਰਾ ਲਓ, ਕਿਸੇ ਕੋਲ ਕਰਾ ਲਓ, ਪਰ ਉਸ ਬੰਦੇ ਕੋਲ ਕਰਾਓ ਜਿਹੜਾ ਤੁਹਾਡੇ ਨਾਲ ਖੜ ਕੇ ਤੁਹਾਡੇ ਸਾਰੇ ਕੰਮ ਕਰਵਾ ਸਕੇ। ਇਸ ਜਦੋਂ ਗੱਡੀ ਚੋਰੀ ਹੋਈ, ਕੋਈ ਬੰਦਾ ਸੀ ਤੁਹਾਡੇ ਨਾਲ ਖੜਿਆ ਹੋਇਆ, ਕੋਈ ਬੀਮਾ ਕੰਪਨੀ ਜਾਣਕਾਰ? ਹਾਂਜੀ, ਚੰਦਰ ਮੋਹਨ ਜੀ ਮੇਰੇ ਨਾਲ ਹੀ ਸੀਗੇ। ਉਹਨਾਂ ਨੂੰ ਮੈਂ ਸਾਰੀ ਗੱਲ ਕੀਤੀ। ਉਹਨਾਂ ਨੇ ਆਪ ਦੇ ਵੱਲੋਂ, ਹਾਲਾਂਕਿ ਮੈਂ ਉਹਨਾਂ ਕੋਲ ਬੀਮਾ ਨਹੀਂ ਕਰਵਾਇਆ, ਬੀਮਾ ਮੇਰਾ ਸ਼ੋਰੂਮ ਨੇ ਕੀਤਾ, ਬਟ ਉਹਨਾਂ ਨੇ ਮੇਰੇ ਨਾਲ ਜਾ ਕੇ ਹਰ ਇੱਕ ਤਰ੍ਹਾਂ ਸਪੋਰਟ ਕਰਕੇ ਮੇਰੇ ਨਾਲ, ਜਿਹੜੀਆਂ ਕੰਮਾਂ ਦਾ ਮੈਨੂੰ ਨਹੀਂ ਸੀ ਪਤਾ, ਆਫਿਸਰ ਤੱਕ ਨਾਲ ਵੀ ਉਹਨਾਂ ਨੇ ਆਪ ਗੱਲ ਕਰਕੇ ਕਿ ਮੇਰਾ ਸਾਰਾ ਕੰਮ ਉਹਨਾਂ ਨੇ ਉੱਥੋਂ ਦਿੱਲੀੋਂ ਕਰਵਾਇਆ। ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹ ਕਹਿੰਦੇ ਨੇ ਵੀ, ਜਿਹੜੇ ਗਾਹਕ ਕਹਿ ਲਓ ਜਾਂ ਏਜੰਸੀਆਂ, ਗਾਹਕ ਕਹਿੰਦੇ ਨੇ ਵੀ ਨਹੀਂ ਅਸੀਂ ਤਾਂ ਕੈਸ਼ਲੈਸ ਉੱਥੇ ਹੀ ਕਰਾਵਾਂਗੇ, ਸ਼ੋਰੂਮ ਤੋਂ ਸਾਨੂੰ ਕੈਸ਼ਲੈਸ ਮਿਲਣਾ, ਉਹਨਾਂ ਵਾਸਤੇ ਕੋਈ ਪੈਗਾਮ, ਕੋਈ ਸੰਦੇਸ਼ ਤੁਸੀਂ ਦਿਓਗੇ? ਹਾਂਜੀ, ਪੈਗਾਮ ਇਹ ਹੀ ਹੈ ਵੀ ਤੁਸੀਂ ਸੋਚ ਸਮਝ ਕੇ ਕਰਵਾਇਓ। ਜੇ ਤੁਸੀਂ ਇਹ ਸੋਚ ਕੇ ਉੱਥੋਂ ਸ਼ੋਰੂਮ 'ਚੋਂ ਬੀਮਾ ਕਰਵਾ ਰਹੇ ਹੋ ਵੀ ਤੁਹਾਨੂੰ ਇਹ ਕੁਝ ਨਾ ਕੁਝ ਮੁਆਵਜ਼ਾ ਕੱਲ੍ਹ ਨੂੰ ਕੋਈ ਨਾ ਕੋਈ ਪਰਮਾਤਮਾ ਨਾ ਕਰੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਤੇ ਉਸ ਨੁਕਸਾਨ ਦੇ ਵਿੱਚ ਤੁਹਾਡੇ ਨਾਲ ਕੰਪਨੀ ਖੜੀ ਹੈ, ਬਿਲਕੁਲ ਗਲਤ ਗੱਲ ਹੈ। ਜਦੋਂ ਤੁਹਾਡਾ ਬੀਮਾ ਕਰਨਾ ਸਿਰਫ ਉਦੋਂ ਤੱਕ ਤੁਹਾਡੇ ਨਾਲ ਹੀ ਖੜੇ ਨੇ, ਜਦੋਂ ਤੁਹਾਡੇ ਨਾਲ ਕੁਝ ਅਬੀ ਨਬੀ ਹੋ ਗਈ, ਮੇਰੇ ਨਾਲ ਹੋਈ ਹੈ ਤੇ ਮੇਰੇ ਨਾਲ ਕੰਪਨੀ ਨਹੀਂ ਖੜੀ ਜੀ। ਤੇ ਇਸ ਕਰਕੇ ਆਪ ਦਾ ਸੋਚ ਸਮਝ ਕੇ ਡਿਸੀਜਨ ਲੈਣ। ਮੈਂ ਤਾਂ ਇਹ ਕਹੂੰਗਾ ਵੀ ਕਿਸੇ ਆਫਿਸ ਤੋਂ ਹੀ ਕਰਾਓ, ਕਿਸੇ ਤੋਂ भी कराओ, पर उस बंदे तो कराओ जेड़ा तुम्हारी पैरवाई कर सके। इनका हरासमेंट होने के बाद साफ साफ परेशान कह दीजिए आप। ये जो शोरूम होते हैं जिनका टाई अप होता है और बड़े नेशनल लेवल पर टाई अप होता है, और बड़ी बड़ी कंपनियां सिर्फ प्रीमियम अर्जित करने के लिए इन लोगों से टाई अप करती है, लेकिन सवाल यही है, प्रीमियम वैसे कि ये लोग शोरूम वाले उनको दे देते हैं बीमा कंपनियों को, क्योंकि लालच कहीं ना कहीं बीमा कंपनियों का अपना भी होता है, और ये हाई लेवल पे इन लोगों का टाई अप किया जाता है बड़ी कंपनियों के साथ कि आप हमें प्रीमियम देंगे, हम आपको बेहतर सुविधाएं देंगे। और इस दौरान मान लीजिए किसी शोरूम ने बीमा कंपनी को 1 करोड़ का बीमा का व्यवसाय दे दिया, प्रीमियम दे दिया, उसके एवज में ये शोरूम कम से कम 3 या 4 करोड़ के क्लेम कह दीजिए दवा भुगतान तक खा जाते हैं। और अब समझने वाली बात यह है, 1 करोड़ का बीमा कंपनी को प्रीमियम देकर 3 करोड़ के क्लेम खा जाना, ये बीमा कंपनियों की कब्र खोदने जैसा है, और मुझे लगता है कब्र खोद रहे हैं ये शोरूम। और अब यदि बलदेव जी इतने हरासमेंट हुई है, जो कैशलेस वगैरह का जो वादा करते हैं ये शोरूम वाले, आज देखने को मिला है कि कैशलेस के नाम पर क्या कुछ कर रहे हैं, और क्या एक ग्राहक को जो परेशानी का सामना करना पड़ता है उसके लिए क्या शोरूम का कहीं दायित्व तो बनता है। सर, अब आप शोरूम से परेशान हुए तो शोरूम के खिलाफ कोई कार्रवाई करेंगे क्या, ताकि आपकी इन बातों से आगाज़ हो उन लोगों तक, उन्हें भी इस मामले में चेतना जगे कि शोरूम इंश्योरेंस सिर्फ इंश्योरेंस तक होते हैं और आगे कोई कार्रवाई नहीं डालते। क्या इंश्योरेंस आप शोरूम के खिलाफ कोई एक्शन लेंगे? बिल्कुल सर, क्यों नहीं लवांगा, क्योंकि मेरे नाल जो होया मैनू पता है, मैं 3-5-7 दिनों तो कितना परेशान है जी। मैं दिल्ली भी गया, उत्थों भी अं सारा दिन, उत्थों रात को 3 बजे उत्थों वापस आने, सवेरे 7 बजे इत्थों जाके सानू उत्थे पता ऑफिसर नाल मिल के उन्होंने तो किन्नियां असीं गल्लां सुनियां ने, और उन्होंने सानू कहा भी तुहाडा इत्थे आना बेफजूल सी, तुहाडा काम सिरसा ही हो सकदा सीगा। जिम्मेवार तो शोरूम ही रहा ना कहीं ना कहीं। बिल्कुल सर, अगर जिम्मेवार शोरूम दे करके दिता तो शोरूम का हक बनता सी कि सानू किधरे जाना ना पैंदा। कैशलैस का मतलब सर की होंदा है, कैशलैस का मतलब यही होंदा है भी तो ये थोड़ा ना भी तुहाडा सिर्फ गला एक्सीडेंट होया या कोई 20-30 हज़ार का क्लेम है, वो 1000 रुपये तुसीं सिक्योरिटी उत्थे सफाई खर्चा भरो तो बाकी जी तुहानू पेमेंट देने की लोड़ नहीं पेगी, वो कंपनी अपने आप ले लेगी। सिर्फ इत्थे तक सीमित नहीं होना चाहिए। जे साडा कीता मेरा अज चोरी का नुकसान होया मान लो, तो वह भी तो इन्हां दा ही सर फर्ज बनता है ना, शोरूम का ही फर्ज बनता है भी बलदेव जी तुहानू किधरे जाण की लोड़ नहीं, तुसीं इत्थे बैठो, असीं तुहाडी मील जो भी करना है डॉक्यूमेंट्स असीं जिथे पहुँचाने ने, दिल्ली पहुँचाने, चंडीगढ़ पहुँचाने ने, हैड ऑफिस पहुँचाने ने, वो साडा काम है, असीं तुहानू करके देना। पर ना इन्हां ने कोई काम नहीं इहो जिहा कीता। जे सारा कुछ सर मैं आप ही करना है, फिर सानू शोरूम च कराउण दी की लोड़ है। साफ साफ बलदेव जी ने संदेश दिया है उन लोगों के लिए जो शोरूम के भरोसे रहते हैं कि हमें वहाँ सुविधाएं मिलेगी। बलदेव जी को कितनी सुविधाएं मिली, इसका फैसला सिटी न्यूज़ हरियाणा के दर्शक ज़रूर करें कि इनको इंश्योरेंस वहाँ करवाने से क्या फ़ायदा हुआ और क्या नुकसान। लेकिन मैं समझ सकता हूँ सिवा नुकसान, सिवा हरासमेंट, मानसिक परेशानी के इन्हें शोरूम ने इसके सिवा कुछ नहीं दिया। और बलदेव जी कह रहे हैं मैं इनके खिलाफ़ एक कानूनी कार्रवाई भी करूँगा इन शोरूम के खिलाफ़, जो कैशलेस के नाम पर धोखा देते हैं, चीट करते हैं ग्राहकों के साथ। बड़ा प्रश्न अब यही खड़ा रहेगा कि ये बलदेव जी कब तक इन
शोरूम संचालकों के खिलाफ जो जिनसे इन्होंने अपना इंश्योरेंस करवाया था क्या कार्रवाई करेंगे। यदि इन्होंने कोई कार्रवाई की तो हम फिर इनका एक साक्षात्कार लेने आएंगे और एक जागरूकता है उन ग्राहकों के लिए जो ये शोरूम के भरोसे बैठकर इंश्योरेंस करवाते हैं। जय हिंद, जय भारत।